ਸੋ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਇਸ ਰਿਲੀਜੀਅਸ ਸੈਗਮੈਂਟ ਵਿੱਚ। ਅੱਜ ਤੁਹਾਡੀ ਮੁਲਾਕਾਤ ਕਰਾਵਾਂਗੇ ਹਰਬੰਸ ਸਿੰਘ ਕੰਡੋਲਾ ਜੀ ਨਾਲ, ਜਿਹੜੇ ਕਿ ਸਾਡੇ ਸਿੱਖ ਸਕਾਲਰ ਹਨ। ਇੱਥੇ ਆ ਕੇ ਤੁਹਾਡੇ ਨਾਲ ਮਹੱਤਵਪੂਰਨ ਵਿਸ਼ਿਆਂ ਦੇ ਉੱਤੇ ਗੱਲਬਾਤ ਕਰਦੇ ਨੇ। ਜਪਜੀ ਸਾਹਿਬ ਦੀ ਵਿਆਖਿਆ ਅਸੀਂ ਤੁਹਾਡੇ ਨਾਲ ਸਾਂਝ ਪਾਈ ਸੀ, ਇੰਗਲਿਸ਼ ਵਿੱਚ ਵੀ ਅਤੇ ਪੰਜਾਬੀ ਵਿੱਚ ਵੀ, ਅਤੇ ਉਸ ਦੇ ਨਾਲ ਨਾਲ ਹੋਰ ਬੜੇ ਮਹੱਤਵਪੂਰਨ ਵਿਸ਼ਿਆਂ ਦੇ ਉੱਤੇ ਆ ਕੇ ਇਹ ਸਾਡੇ ਨਾਲ ਇੱਥੇ ਆ ਕੇ ਰਿਸਰਚ ਕਰਕੇ ਗੱਲਬਾਤ ਕਰਦੇ ਨੇ। ਅੱਜ ਦਾ ਵਿਸ਼ਾ ਜਿਸ ਦੇ ਬਾਰੇ ਅਸੀਂ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਜੀ, ਉਸ ਦੀ ਬਹੁਤ ਜ਼ਿਆਦਾ ਅਹਿਮੀਅਤ ਹੈ, ਕਿਉਂਕਿ ਅਸੀਂ ਗੁਰਬਾਣੀ ਬਹੁਤ ਪੜ੍ਹ ਰਹੇ ਹਾਂ ਪਰ ਉਸ ਦਾ ਐਂਡ ਰਿਜ਼ਲਟ ਜੋ ਹੈ ਉਹ ਕੁਝ ਹੋਰ ਹੋ ਰਿਹਾ ਹੈ। ਯਾਨੀ ਕਿ ਜੋ ਸਾਡੇ ਜੀਵਨ ਵਿੱਚ ਪਰਿਵਰਤਨ ਆਉਣਾ ਚਾਹੀਦਾ ਸੀ ਉਹ ਨਜ਼ਰ ਨਹੀਂ ਆ ਰਿਹਾ। ਰੋਜ਼ਮर्रा ਜ਼ਿੰਦਗੀ ਦੇ ਵਿੱਚ ਗੁਰਬਾਣੀ ਦਾ ਕੀ ਸੰਬੰਧ ਹੈ, ਕਿਸ ਤਰੀਕੇ ਨਾਲ ਅਸੀਂ ਇਸ ਵਿੱਚੋਂ ਕੁਝ ਸਿੱਖਣਾ ਹੈ ਅਤੇ ਗੁਰਬਾਣੀ ਦਾ ਅਸਲੀ ਉਦੇਸ਼ ਕੀ ਹੈ, ਗੁਰੂ ਸਾਹਿਬ ਨੇ ਕੀ ਮਕਸਦ ਰੱਖਿਆ ਸੀ, ਇਸ ਬਾਰੇ ਅੱਜ ਅਸੀਂ ਜਾਣਕਾਰੀ ਲਾਂਗੇ ਸਰਦਾਰ ਹਰਬੰਸ ਸਿੰਘ ਕੰਡੋਲਾ ਜੀ ਤੋਂ। ਜੀ ਆਨੰਦ ਡਾਕਟਰ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਪ੍ਰੀਤ ਜੀ, ਬੜੀ ਖੁਸ਼ੀ ਹੋਈ ਬੈਕ ਆਪਾਂ ਵੈਲਕਮ ਬੈਕ ਸਟਾਰਟ ਕਰੀਏ। ਆਪਾਂ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈਗੀ ਆ ਵੀ ਬਾਣੀ ਜਪ ਤੇ ਆਸ਼ਾ ਦੀ ਵਾਰ ਦੀ ਆਪਾਂ ਇੰਗਲਿਸ਼ ਦੇ ਵਿੱਚ ਜੋ ਵਿਚਾਰ ਕੀਤੀ ਸੀਗੀ, ਫੀਡਬੈਕ ਬੜਾ ਉਹਦਾ ਰਿਸਪੌਂਸ ਬੜਾ ਪੋਜ਼ਿਟਿਵ ਸੀਗਾ ਜੀ, ਤੇ ਖਾਸ ਕਰਕੇ ਯੰਗ ਲੋਕਾਂ ਵੱਲੋਂ ਹੈ ਨਾ, ਉਹ YouTube ਤੇ ਅੱਜ ਵੀ ਵੇਖਦੇ ਹੈਗੇ ਨੇ। ਤੇ ਆਪਾਂ ਕੁਝ ਐਪੀਸੋਡਸ ਜਿਹੜੇ ਹੁਣ ਗੁਰਮਤ ਦੇ ਕਰਨੇ ਹੈਗੇ ਨੇ, ਉਹ ਗੁਰਮਤ ਦੇ ਖਾਸ ਸਿਧਾਂਤਾਂ ਨੂੰ ਲੈ ਕੇ ਜੀ ਆਪਾਂ ਉਹਦੇ ਬਾਰੇ 'ਚ ਗੱਲ ਕਰਨੀ ਹੈ। ਠੀਕ ਹੈ। ਇਹ ਖਾਸ ਕਰਕੇ ਪੰਜਾਬੀ ਤੇ ਲਿਟਲ ਬਿਟ ਆਫ ਮਿਕਸਡ ਇੰਗਲਿਸ਼ ਦੇ ਵਿੱਚ ਆਪਾਂ ਇਹਨਾਂ ਨੂੰ ਕਰਾਂਗੇ। ਹਰਬੀਰ ਜੀ, ਆਪਾਂ ਕੋਸ਼ਿਸ਼ ਕਰਨੀ ਹੈ ਕਿ ਹਾਫ ਆਵਰ ਦੇ ਵਿੱਚ ਇੱਕ ਮੈਸੇਜ ਦੇਈਏ ਤਾਂ ਕਿ ਸੰਗਤ ਨੂੰ ਉਹ ਮੈਸੇਜ ਪਕੜ 'ਚ ਆ ਜਾਵੇ, ਤਾਂ ਕਿ ਉਹ ਪ੍ਰੈਕਟਿਸ ਕਰ ਸਕਣ। ਰਾਈਟ। ਇਹ ਨਾ ਹੋਵੇ ਕਿ ਕੋਈ ਗੁਰਦੁਆਰੇ 'ਚੋਂ ਨਿਕਲੇ ਉਹ ਨਿਕਲਦੇ ਭੁੱਲ ਜਾਈਦਾ ਕਿ ਉੱਥੇ ਕੀ ਸੀਗਾ। ਆਪਾਂ ਕੋਸ਼ਿਸ਼ ਕਰਨੀ ਹੈ ਇੱਕ ਮੈਸੇਜ ਦੇਣ ਦੀ, ਔਰ ਮੈਸੇਜ ਵੀ ਜਿਹੜਾ ਮੈਂ ਜਿਸ ਤਰ੍ਹਾਂ ਆਪ ਜੀ ਨੇ ਗੱਲ ਕੀਤੀ ਸੀ ਆਪ ਨਾਲ, ਬਈ ਮੈਸੇਜ ਵੀ ਜਿਹੜਾ ਬੇਸਡ ਔਨ ਲੌਜਿਕ, ਰੀਜ਼ਨ ਤੇ ਸਾਇੰਟੀਫਿਕ ਹੋਏਗਾ ਜੀ, ਜਿਹਦਾ ਸਾਡੀ ਰੋਜ਼ਾਨਾ ਜੀਵਨ ਦੇ ਨਾਲ ਰੈਲੇਵੈਂਸ ਹੋਵੇ। ਸਾਡੇ ਜੀਵਨ ਦੇ ਵਿੱਚ ਜੋ ਚੈਲੰਜਸ ਨੇ ਉਹਨਾਂ ਦੇ ਕੋਈ ਸੋਲੂਸ਼ਨਸ ਆਫਰ ਹੋਣ ਤੇ ਜਿਹਦੇ ਵਿੱਚੋਂ ਅਸੀਂ ਪੀਸ, ਹੈਪੀਨੈਸ ਲੈ ਸਕੀਏ। ਬਿਲਕੁਲ। ਸੋ ਜਿਸ ਤਰ੍ਹਾਂ ਅੱਜ ਦਾ ਸਾਡਾ ਜਿਹੜਾ ਟੌਪਿਕ ਹੈ ਉਹ ਇਹ ਹੈ ਵੀ ਗੁਰਬਾਣੀ ਦਾ, ਜਨਾਬ ਜੀ ਨੇ ਕਿਹਾ ਹੈਗਾ ਜੀ, ਪਰ ਸਾਡੇ ਜੀਵਨ ਦੇ ਅੰਦਰ ਉਹਦਾ ਕੀ ਮਕਸਦ ਹੈ। ਨਾਓ ਸਾਨੂੰ ਇੱਕ ਗੱਲ ਹਰਪ੍ਰੀਤ ਜੀ ਸਮਝ ਲੈਣੀ, ਸਾਡੇ ਮਨ 'ਚ ਸਮਝ ਲੈਣੀ ਚਾਹੀਦੀ ਹੈਗੀ ਆ ਕਿ ਧਰਮ, ਸਪਿਰਚੁਅਲਿਟੀ ਜਾਂ ਗੁਰਬਾਣੀ ਦਾ ਸਾਡੇ ਮਨ, ਬੁੱਧੀ, ਸੁਰਤ ਨਾਲ ਜਾਂ ਸੋਚ ਨਾਲ ਸੰਬੰਧ ਹੁੰਦਾ ਹੈਗਾ। ਓਕੇ। ਔਰ ਧਰਮ ਤੇ ਸਪਿਰਚੁਅਲਿਟੀ ਬਿਨਾਂ ਸਾਡੇ ਜੀਵਨ ਦੇ ਵਿੱਚ ਕੋਈ ਸਕਸੈਸ ਕਦੇ ਮਿਲ ਹੀ ਨਹੀਂ ਸਕਦੀ। ਠੀਕ। ਇਹ ਹਰ ਇੱਕ ਜਿਹੜਾ ਮਨੁੱਖ ਆ, ਇਨਸਾਨ ਆ, ਇਹਨੂੰ ਇਸ ਆਪਣੇ ਦਿਮਾਗ 'ਚ ਗੱਲ ਬਾੜਨੀ ਚਾਹੀਦੀ ਹੈ ਕਿ ਸਪਿਰਚੁਅਲਿਟੀ ਤੋਂ ਬਗੈਰ ਸਾਡੇ ਜੀਵਨ ਅੰਦਰ ਕੋਈ ਸਕਸੈਸ ਤੇ ਕਾਮਯਾਬੀ ਕਦੇ ਮਿਲ ਨਹੀਂ ਸਕਦੀ। ਠੀਕ ਹੈ। ਹੁਣ ਗੁਰੂ ਸਾਹਿਬ ਕਹਿੰਦੇ ਨੇ, ਜੇ ਸੌ ਚੰਦਾ ਉਗੇ, ਸੂਰਜ ਚੜੇ ਯਾਰ, ਏਤੇ ਚਾਨਣ ਹੁੰਦੇ ਆ, ਗੁਰ ਬਿਨ ਕੋਰ ਅੰਧਾਰ। ਨਾ ਹੁਣ ਅਸੀਂ ਇਹ ਦੇਖਣਾ ਕਿ ਅੱਜ ਦੇ ਮਾਡਰਨ ਮੈਨ ਨੇ ਸਕਸੈਸ ਦੀ ਡੈਫੀਨੇਸ਼ਨ ਕੀ ਬਣਾ ਰੱਖੀ ਹੈ ਨਾ। ਸਪਿਰਚੁਅਲਿਟੀ ਦੀ ਦੁਨੀਆ ਦੇ ਵਿੱਚ ਸਕਸੈਸ ਮੀਨਸ ਇਨਰ ਪੀਸ, ਹੈਪੀਨੈਸ, ਆਨੰਦ, ਖੁਸ਼ੀਆਂ, ਖੇੜਾ, ਸਟ੍ਰੈਸ, ਡਿਪਰੈਸ਼ਨ ਫ੍ਰੀ ਲਾਈਫ ਹੈ। ਜਿਹੜਾ ਮਾਡਰਨ ਮੈਨ ਆ ਹਰਪ੍ਰੀਤ ਜੀ, ਉਹਦੀ ਦੁਖਾਂਤ ਇਹ ਹੈਗਾ ਕਿ ਉਹਨੇ ਸਕਸੈਸ ਦੇ ਮੀਨਿੰਗ ਕੁਝ ਹੋਰ ਬਣਾ ਰੱਖੇ ਨੇ। ਮੈਂ ਇੱਕ ਐਗਜ਼ਾਮਪਲ ਦੇਵਾਂ। ਇੱਕ ਬਿਜ਼ਨਸਮੈਨ ਆ, ਬਹੁਤ ਜ਼ਿਆਦਾ ਗਰਮੀ ਹੈ, ਉਹ ਆਪਣੇ ਘਰ ਜਾਂਦਾ 에ਅਰ ਕੰਡੀਸ਼ਨ BMW ਦੇ ਵਿੱਚ ਬੈਠ ਕੇ। ਠੀਕ। ਉਹ ਖੁਸ਼ ਹੈ, ਕੰਫਰਟੇਬਲ ਹੈ, ਉਹ ਕਹਿੰਦਾ ਬੜਾ ਸਕਸੈਸਫੁਲ ਹੈ ਨਾ। ਉਸੇ ਹੀ ਬਿਜ਼ਨਸਮੈਨ ਨੂੰ ਕੁਝ ਘਾਟਾ ਪੈ ਜਾਂਦਾ ਬਿਜ਼ਨਸ ਦੇ ਵਿੱਚ ਜੀ। ਉਹੀ BMW ਹੈ, ਉਹੀ 에ਅਰ ਕੰਡੀਸ਼ਨ ਹੈ, ਉਹ ਘਰ ਜਾਂਦੇ ਨੂੰ ਬੜੀ ਟੈਨਸ਼ਨ ਹੈ, ਚਿੰਤਾ ਤੇ ਉਹ ਬੜੀ ਦੁੱਖਾਂ ਤੇ ਸਟ੍ਰੈਸ ਦੇ ਵਿੱਚ ਹੈ। ਸੋ ਇਹਦਾ ਮਤਲਬ BMW ਜਾਂ 에ਅਰ ਕੰਡੀਸ਼ਨ ਨੇ ਉਹਨੂੰ ਮਨ ਦੀ ਸ਼ਾਂਤੀ ਨਹੀਂ ਦਿੱਤੀ। ਬਾਡੀ ਕੰਫਰਟ ਤੇ ਮਿਲ ਗਈ ਹੈਗੀ, ਮਨ ਦੀ ਸ਼ਾਂਤੀ ਉਹਦੇ ਵਿੱਚੋਂ ਮਿਲੀ ਨਹੀਂ, ਕਦੇ ਮਿਲੀ ਨਹੀਂ ਗੀ। ਸੋ ਇਹ ਸਾਡਾ ਮਨ ਦੀ ਸ਼ਾਂਤੀ ਜਿਹੜੀ ਹੈਗੀ ਆ, ਜਿਸ ਤਰ੍ਹਾਂ ਮੈਂ ਕਿਹਾ ਵੀ ਇਹ ਸਾਨੂੰ ਗੁਰਮਤ ਦੇ ਆਧਾਰ ਤੇ ਹੀ ਮਿਲਦੀ ਹੈ ਜੀ। ਉਹ ਹਰ ਇੱਕ ਮਨੁੱਖ ਆਪਣੀ ਜੀਵਨ ਦੇ ਵਿੱਚ ਹੈਪੀਨੈਸ, ਪੀਸ, ਖੇੜਾ, ਆਨੰਦ ਜਿਹੜਾ ਚਾਹੁੰਦਾ ਹੈ ਜੀ। ਸਕਸੈਸ ਵਿਦਆਊਟ ਹੈਪੀਨੈਸ ਇਜ਼ ਦ ਵਰਸਟ ਫੇਲਿਅਰ ਆਫ ਲਾਈਫ। ਰਾਈਟ। ਸਾਡੇ ਪਾਸ ਦੁਨੀਆ ਦੀਆਂ ਸਾਰੀਆਂ ਕੰਫਰਟਸ ਨੇ, ਇਕਨੋਮਿਕ ਪ੍ਰੋਗਰੈਸ ਹੋਈ ਹੈਗੀ ਆ, ਵਰਲਡ ਦੇ ਵਿੱਚ ਬੜੀਆਂ ਸਾਇੰਟੀਫਿਕ ਪ੍ਰੋਗਰੈਸਿਸ ਹੋਈਆਂ ਹੈਗੀਆਂ ਨੇ, ਪਰ ਇਸ ਸਮੇਂ ਦੇ ਵਿੱਚ ਜਿਹੜੀ ਮੈਂਟਲ ਪ੍ਰੋਬਲਮਸ ਨੇ ਉਹ ਵਧੀਆਂ ਹੈਗੀਆਂ। ਠੀਕ। ਸੁਸਾਈਡ ਵਧਿਆ ਹੈਗਾ, ਜਿਹੜੇ ਸਾਡੇ ਰਿਲੇਸ਼ਨਸ਼ਿਪ, ਪਿਆਰ, ਮਿਠਾਸ ਦੇ ਨਹੀਂ ਰਹੇ, ਡਿਪਰੈਸ਼ਨ ਵਗੈਰਾ ਜ਼ਿਆਦਾ ਸਾਡੇ 'ਚ ਜ਼ਿਆਦਾ ਵਧਿਆ ਹੈਗਾ। ਸਗੋਂ ਦੁਨੀਆ ਵਿੱਚ ਵਾਇਲੈਂਸ ਜ਼ਿਆਦਾ ਵਧੀ ਹੈਗੀ ਹੈ।
ਜਿਹੜਾ ਸੀ ਸੀਰੀਆ ਦੀ ਕੋਈ ਐਗਜ਼ਾਮਪਲ ਦੇਖੀਏ ਜੀ। ਤੇ ਕੈਮੀਕਲ ਵੈਪਨਸ ਯੂਜ਼ ਕਰਕੇ ਜੀ ਉਹ ਦੁਨੀਆ ਕਿਸ ਪਾਸੇ ਨੂੰ ਜਾ ਰਹੀ ਹੈ। ਬਿਲਕੁਲ ਜੀ। ਈਵਨ ਯੂਨਾਈਟਿਡ ਸਟੇਟਸ ਵਿੱਚ ਅਸੀਂ ਦੇਖਦੇ ਹਾਂ ਕਿ ਦੇਖੋ ਬੁਲੰਦੀ ਛੂਈ ਉਹਨਾਂ ਨੇ ਇਕਨੋਮਿਕ ਪ੍ਰੋਗਰੈਸ ਦੀ, ਲੇਕਿਨ ਆਏ ਬਗਾਏ ਅਸੀਂ ਸੁਣਦੇ ਹਾਂ ਜੀ ਜਾ ਕੇ ਗੋਲੀ ਚਲਾਤੀ, ਬੱਚਿਆਂ ਨੂੰ ਮਾਰਤਾ, ਕਿਸੇ ਕੁਝ ਕਰਤਾ, ਡਿਪਰੈਸ਼ਨ ਵਿੱਚ ਸੀ ਕੋਈ, ਈਵਨ ਫੌਜ ਦੇ ਉੱਤੇ ਹਮਲੇ ਹੋਏ। ਸੋ ਇਹ ਚੀਜ਼ਾਂ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਮੈਟਰ ਨਹੀਂ ਕਰਦੇ, ਤੁਹਾਡੇ ਕੰਫਰਟ ਕੀ ਨੇ, ਅੰਦਰ ਤੁਹਾਡਾ ਕੀ ਹੈਗਾ ਉਹ ਡਿਪੈਂਡ ਕਰਦਾ। ਔਰ ਉਹ ਹੁਣ ਅਸੀਂ ਇਹ ਗੱਲ ਕਰਨੀ ਹੈ ਕਿ ਜਿਹੜੀ ਐਸੈਂਸ ਸਾਡੀ ਗੱਲ ਹੈ ਕਿ ਅਸੀਂ ਸਮਝਿਆ ਹੀ ਨਹੀਂਗਾ ਕਿ ਸਾਡਾ ਫੋਕਸ ਕੀ ਹੈਗਾ ਰਾਈਟ। ਧਰਮ ਦੇ ਕੰਮ ਕਰਨ ਦਾ। ਹੁਣ ਧਰਮ, ਸਪਿਰਿਚੁਅਲਿਟੀ, ਗੁਰਬਾਣੀ ਦਾ ਸੰਬੰਧ ਹਰਪ੍ਰੀਤ ਜੀ ਸਾਡੀ ਮਨ, ਬੁੱਧੀ, ਸੁਰਤ, ਸੋਚ ਜਾਂ ਥਾਟਸ ਤੇ ਬਿਹੇਵੀਅਰ ਨਾਲ ਹੈ। ਠੀਕ। ਸਾਡੀ ਅੰਦਰਲੀ ਦੁਨੀਆ, ਆਤਮਿਕ ਦੁਨੀਆ ਜਾਂ ਕੌਨਸ਼ੀਅਸ ਨਾਲ ਹੈ, ਆਤਮਿਕ ਹੈਪੀਨੈਸ ਨਾਲ ਹੈ ਜੀ। ਧਰਮ, ਸਪਿਰਿਚੁਅਲਿਟੀ, ਰਿਲੀਜਨ, ਗੁਰਬਾਣੀ ਦਾ ਜਿਹੜਾ ਮਕਸਦ ਹੈ ਉਹ ਬਾਹਰਲੀ ਦੁਨੀਆ ਨਾਲ ਬਿਲਕੁਲ ਹੀ ਨਹੀਂ ਹੈ। ਠੀਕ ਹੈ। ਇਹ ਸਾਡੀ ਜੋ ਵੀ ਅਸੀਂ ਧਰਮ ਦੇ ਕੰਮ ਕਰਨੇ ਨੇ ਜੀ। ਉਹਦੇ ਨਾਲ ਸਾਡੀ ਅੰਦਰਲੀ ਦੁਨੀਆ ਸਵਰਨੀ ਹੈ, ਸਾਡੀ ਬਾਹਰਲੀ ਦੁਨੀਆ ਜਿਹੜੀ ਉਹ ਬਿਲਕੁਲ ਨਹੀਂ ਸਵਰਨੀ। ਪਰ ਇਸ ਦਾ ਤਾਂ ਇਹ ਮਤਲਬ ਹੈ ਜੀ ਜੋ ਅਸੀਂ ਕਰ ਰਹੇ ਹਾਂ ਸਾਡਾ ਤਾਂ 99.9% ਹੁੰਦਾ ਹੈ ਬਾਹਰਲੀ ਚੀਜ਼ਾਂ ਵੱਲ, ਇਹ ਗੁਰਬਾਣੀ ਪੜ੍ਹਨ ਦਾ ਮਕਸਦ। ਸਾਡੇ ਜਿੰਨੇ ਵੀ ਅਸੀਂ ਕੰਮ ਕਰਦੇ ਹਾਂ, ਇਹੀ ਮੈਂ ਗੱਲ ਕਰਦਾ ਬਈ, ਪਰ ਜੋ ਅਸੀਂ ਜਿੰਨੇ ਵੀ ਧਰਮ ਦੇ ਕੰਮ ਕਰਦੇ ਹਾਂ ਉਹ ਸਿਰਫ ਮਟੀਰੀਅਲ ਵਰਲਡ ਜਾਂ ਆਊਟਸਾਈਡ ਸਕਸੈਸ ਜਾਂ ਉਹਨਾਂ ਦੇ ਅਚੀਵ ਕਰਕੇ ਹੈਗਾ, ਤੇ ਇਸ ਕਰਕੇ ਸਾਨੂੰ ਜਿਹੜੀ ਪੀਸ ਆ ਉਹ ਬਿਲਕੁਲ ਨਹੀਂ ਮਿਲਦੀ। ਠੀਕ ਹੈ। ਔਰ ਗੁਰਬਾਣੀ ਦਾ, ਸਪਿਰਿਚੁਅਲਿਟੀ ਦਾ ਸੰਬੰਧ ਬਾਹਰਲੀ ਦੁਨੀਆ ਨਾਲ ਬਿਲਕੁਲ ਹੀ ਨਹੀਂ ਹੈਗਾ। ਜਿੰਨੇ ਧਰਮ ਦੇ ਕੰਮ ਕਰਦੇ ਆ ਉਹ ਸਾਰੇ ਅਸੀਂ ਆਊਟਸਾਈਡ ਬਾਹਰਲੀ ਦੁਨੀਆ ਨੂੰ ਸਵਾਰਨ ਲਈ ਕਰਦੇ ਆ। ਇਸੇ ਕਰਕੇ ਸਾਡੀ ਪੇਨ, ਸਫਰਿੰਗ, ਸਟ੍ਰੈਸ, ਡਿਪਰੈਸ਼ਨ ਜਿਹੜਾ ਉਹ ਸਾਡੇ ਦਿਲਾਂ ਦੇ ਵਿੱਚੋਂ ਨਹੀਂ ਜਾਂਦਾ ਜੀ। ਹੁਣ ਜੇ ਇਹ ਹਰਪ੍ਰੀਤ ਜੀ ਸਾਨੂੰ ਇਹ ਗੱਲ ਪਕੜ 'ਚ ਆ ਜਾਵੇ ਕਿ ਜਿਹੜੇ ਅਸੀਂ ਧਰਮ ਦੇ ਕੰਮ ਕਰਦੇ ਆ ਉਹਦਾ ਫੋਕਸ ਤੇ ਸਾਡਾ ਬਿਹੇਵੀਅਰ ਚੇਂਜ ਨਾਲ ਹੈ ਤੇ ਸਾਡਾ ਉਹਦੇ ਨਾਲ ਬਾਹਰਲੀ ਦੁਨੀਆ ਦੇ ਨਾਲ ਉਹਦਾ ਕੋਈ ਲੈਣ ਦੇਣ ਹੀ ਨਹੀਂ ਹੈ, ਤਾਂ ਅਸੀਂ ਸਾਡਾ ਜਿਹੜਾ ਫੋਕਸ ਹੈ ਧਰਮ ਦੇ ਕੰਮ ਕਰਨ ਦਾ ਉਹ ਚੇਂਜ ਹੋ ਜਾਏਗਾ। ਠੀਕ। ਤੇ ਉਹਦੇ ਵਿੱਚੋਂ ਸਾਡੇ ਵੀ ਵਿਲ ਹੈਵ ਅ ਬੈਟਰ ਸੋਸਾਇਟੀ ਐਂਡ ਅ ਹੈਪੀ ਵਰਲਡ। ਜੀ। ਫਿਰ ਅਸੀਂ ਜਿਹੜਾ ਸਾਡਾ ਉਹਦੇ ਨਾਲ ਫੋਕਸ ਬਦਲ ਜਾਏਗਾ। ਇਸ ਕਰਕੇ ਜਦੋਂ ਸਾਡਾ ਉਹ ਫੋਕਸ ਬਦਲੇਗਾ ਤਾਂ ਫਿਰ ਅਸੀਂ ਜਿਹੜੇ ਕਰਮਕਾਂਡ ਨੇ, ਵਰਥਲੈਸ ਰਿਲੀਜੀਅਸ ਪ੍ਰੈਕਟਿਸਿਸ ਨੇ, ਸੁਪਰਸਟੀਸ਼ੀਅਸ ਬਿਲੀਵਸ ਕਰਦੇ ਆ, ਅਖੰਡ ਪਾਠ ਸੁਖਮਨੀ ਸਾਹਿਬ ਦੀਆਂ ਜਿਹੜੀਆਂ ਅਸੀਂ ਲੜੀਆਂ ਲਾਉਂਦੇ ਆ, ਉਹ ਜਾਂ ਐਕਸਪਲੋਇਟੇਸ਼ਨ ਆਫ ਦ ਪੀਪਲ ਇਨ ਦ ਨੇਮ ਆਫ ਰਿਲੀਜਨ ਆ, ਇਹਨਾਂ ਜਿਨ੍ਹਾਂ ਨਾਲ ਸਾਡੀ ਅੰਦਰਲੀ ਦੁਨੀਆ ਬਿਲਕੁਲ ਨਹੀਂ ਬਦਲਦੀ, ਤਾਂ ਅਸੀਂ ਉਹ ਕਰਨੇ ਬੰਦ ਕਰ ਦਿਆਂਗੇ ਜਦੋਂ ਸਾਡਾ ਫੋਕਸ ਬਦਲੇਗਾ। ਆਤਮਿਕ ਸ਼ਾਂਤੀ ਜਾਂ ਸੁੱਖਾਂ ਇਹਨਾਂ ਵਿੱਚੋਂ ਜਿਹੜੀ ਹੈਗੀ ਆ ਕਦੇ ਮਿਲਦੀ ਨਹੀਂ ਹੈਗੀ। ਗੁਰਬਾਣੀ ਸਿਰਫ ਅੰਦਰਲੀ ਦੁਨੀਆ ਨੂੰ ਸਵਾਰਦੀ ਹੈ। ਠੀਕ ਹੈ। ਸਪਿਰਿਚੁਅਲਿਟੀ, ਗੁਰਬਾਣੀ ਸਿਰਫ ਤਾਂ ਸਿਰਫ ਅੰਦਰਲੀ ਦੁਨੀਆ ਨੂੰ ਸਵਾਰਦੀ ਹੈਗੀ ਆ। ਤੇ ਸੱਚ ਤਾਂ ਗੁਰੂ ਸਾਹਿਬ ਕਹਿੰਦੇ ਨੇ, ਸੱਚ ਤਾਂ ਪਰ ਜਾਣੀਏ ਜਾਂ ਹਿਰਦੇ ਸੱਚਾ ਹੋਏ। ਠੀਕ। ਗੁਰਬਾਣੀ ਨੇ ਹਿਰਦੇ ਨੂੰ ਸਵਾਰਨਾ, ਸਾਡੀ ਸੋਚ ਨੂੰ ਬਦਲਣੀ ਆ ਤੇ ਸੁਰਤ ਉੱਚੀ ਕਰਨੀ ਹੈ। ਹੁਣ ਨੌਵੇਂ ਪਾਤਸ਼ਾਹ ਦੇ ਜਦੋਂ ਆਪਾਂ ਸ਼ਲੋਕ ਪੜ੍ਹਦੇ ਹਾਂ ਹਰਪ੍ਰੀਤ ਜੀ, ਉਹ ਹਰ ਇੱਕ ਗੱਲ ਦੇ ਵਿੱਚ ਕਹਿੰਦੇ ਨੇ, ਕਉ ਨਾਨਕ ਸੁਣ ਰੇ ਮਨਾ। ਸਾਰੀ ਬਾਣੀ ਜਿਹੜੀ ਹੈ ਹਰਪ੍ਰੀਤ ਜੀ ਮਨ ਦੀ ਗੱਲ ਕਰਦੀ ਹੈ, ਸਾਡੀ ਸੋਚ ਦੀ ਗੱਲ ਕਰਦੀ ਹੈ। ਜਾਂ ਗੁਰੂ ਨਾਨਕ ਪਾਤਸ਼ਾਹ ਜਦੋਂ ਕਹਿੰਦੇ ਨੇ ਸ਼ਬਦ ਗੁਰੂ ਸੁਰਤ ਧੁਨ ਚੇਲਾ, ਤੇ ਉਹ ਸ਼ਬਦ ਗਿਆਨ ਦਾ ਸੰਬੰਧ ਸਾਡੀ ਸੋਚ ਦੇ ਨਾਲ ਗੱਲ ਕਰਦੇ ਨੇ। ਬਿਜ਼ਨਸ ਸਕਸੈਸ ਦੀ ਗੱਲ ਨਹੀਂ ਕਰਦੇ, ਸਾਡੀ ਸੋਚ ਬਦਲਣ ਦੀ ਗੱਲ ਕਰਦੇ ਨੇ। ਸਾਡੀ ਟਰਾਂਸਫਰਮੇਸ਼ਨ ਹੈ ਜਿਹੜੀ ਸੁਰਤ ਦੀ, ਉਹਦੀ ਗੱਲ ਕਰਦੇ ਨੇ। ਹਰਪ੍ਰੀਤ ਜੀ, ਜੇ ਜਿਸ ਤਰ੍ਹਾਂ ਆਪਾਂ ਗੱਲ ਕਰਦੇ ਸੀਗੇ, ਜੇ ਅਸੀਂ 3-4 ਹਜ਼ਾਰ ਸਾਲ ਪਹਿਲਾਂ ਦੀ ਗੱਲ ਕਰੀਏ, ਧਰਮ ਤੇ ਸਪਿਰਿਚੁਅਲਿਟੀ ਦਾ ਇੱਕੋ ਹੀ ਮਕਸਦ ਸੀ, ਹਾਊ ਟੂ ਬਿਕਮ ਅ ਗੁੱਡ ਹਿਊਮਨ ਬੀਇੰਗ। ਠੀਕ, ਚੰਗਾ ਇਨਸਾਨ ਆਪਣੇ ਅੰਦਰ ਝਾਤੀ ਮਾਰ ਕੇ ਇੱਕ ਚੰਗਾ ਇਨਸਾਨ ਬਣਨਾ ਹੀ ਧਰਮ ਦਾ ਜਿਹੜਾ ਮਕਸਦ ਸੀ, ਸਪਿਰਿਚੁਅਲਿਟੀ ਦਾ ਮਕਸਦ ਸੀਗਾ। ਤੇ ਜਿਹੜਾ ਹਾਊ ਟੂ ਬੀ ਏ ਗੁੱਡ ਹਿਊਮਨ ਬੀਇੰਗ, ਸਾਡੇ ਧਰਮਾਂ ਦੇ ਜਿੰਨੇ ਵੀ ਪੈਗੰਬਰਸ ਨੇ ਉਹਨਾਂ ਨੇ ਓਰੀਜਨਲ ਮੈਸੇਜ ਦੁਨੀਆ ਨੂੰ ਇਹੀ ਦਿੱਤਾ ਸੀ। ਠੀਕ। ਔਰ ਪਿਛਲੇ ਅਨਫਾਰਚੂਨੇਟਲੀ ਹਰਬੀਤ ਜੀ ਪਿਛਲੇ 2000 ਸਾਲ ਅੰਦਰ ਧਰਮ ਦੀ ਰੂਪ ਰੇਖਾ ਬਿਲਕੁਲ ਬਦਲਦੀ ਹੈ। ਠੀਕ। ਹਿਊਮਨਸ ਨੇ ਆਪਣੇ ਮਕਸਦ ਲਈ ਡਿਸਟੋਰਟ ਕਰਤਾ ਸਾਰਾ, ਬਿਲਕੁਲ ਡਿਸਟੋਰਟ ਕਰਕੇ ਸਾਡੇ ਸਾਹਮਣੇ ਜੋ ਰੱਖਿਆ ਹੈਗਾ ਉਹ ਹਾਊ ਟੂ ਬੀ ਅ ਗੁੱਡ ਹਿਊਮਨ ਬੀਇੰਗ ਜਾਂ ਜੀਵਨ ਜਾਂਚ ਦੀ ਗੱਲ ਨਿਕਲ ਗਈ ਹੈਗੀ ਆ। ਅਸੀਂ ਬਾਹਰਲੀ ਦੁਨੀਆ ਸੰਵਾਰਨ ਤੇ ਹੀ ਲੱਗੇ ਹੈ। ਜਿਵੇਂ ਆਰਗੇਨਾਈਜ਼ਡ ਰਿਲੀਜਨਸ ਨੇ, ਉਹਨਾਂ ਦੀ ਜੀਵਨ ਜਾਂਚ ਦੀ ਗੱਲ ਨਹੀਂ ਹੈ। ਰੱਬ ਨੂੰ ਮਨੁੱਖਤਾ ਤੋਂ
ਵੱਖਰਾ ਕਰਕੇ ਬਿਠਾ ਦਿੱਤਾ ਹੈਗਾ, ਡਰਾਉਣਾ ਬਣਾ ਦਿੱਤਾ ਹੈਗਾ, ਲੋਕਾਂ ਨੂੰ ਮੂਰਖ ਬਣਾ ਕੇ ਹਰਪ੍ਰੀਤ ਜੀ ਅੰਦਰਲੀ ਦੁਨੀਆ ਸਵਾਰਨੀ ਛੱਡ ਕੇ ਬਾਹਰਲੀ ਦੁਨੀਆ ਸਵਾਰਨ ਤੇ ਲਾ ਦਿੱਤਾ ਹੋਇਆ। ਐਬਸੋਲੂਟਲੀ, ਐਂਡ ਇਹੀ ਫੋਕਸ ਜਿਸ ਤਰ੍ਹਾਂ ਤੁਸੀਂ ਕਿਹਾ ਡਿਸਟੋਰਸ਼ਨ ਜਿਹੜੀ ਹੋਈ, ਪਰ ਇਹਦੇ ਚ ਅਫਸੋਸ ਦੀ ਗੱਲ ਤੇ ਇਹ ਆਉਂਦੀ ਜੀ ਕਿ ਸਿੱਖ ਧਰਮ ਜਿਹੜਾ ਸਿਰਫ 500 ਸਾਲ ਪੁਰਾਣਾ ਹੈਗਾ ਹੈ, ਇੱਕ ਨਿਵੇਕਲੀ ਸੋਚ ਸੀ। ਗੁਰੂ ਸਾਹਿਬ ਨੇ ਵਾਕ ਦ ਟਾਕ ਕੀਤੀ, ਸਿਰਫ ਗੱਲਾਂ ਹੀ ਨਹੀਂ ਕੀਤੀਆਂ, ਕਰਕੇ ਵਿਖਾਇਆ। ਪਰ ਅੱਜ ਉਹੀ ਕਰਮਕਾਂਡ ਜਿਨ੍ਹਾਂ ਤੋਂ ਵਰਜਿਤ ਕੀਤਾ ਗਿਆ ਉਹ ਅੱਜ ਸਿੱਖਾਂ 'ਚ ਆ ਗਏ। ਗੁਰਬਾਣੀ ਦੇ ਪਾਠ ਦੀਆਂ ਲੜੀਆਂ ਦੀ ਕੋਈ ਕਮੀ ਨਹੀਂ, ਬਲਕਿ ਪ੍ਰਚਾਰ ਜਿੰਨਾ ਅੱਜ ਹੋ ਰਿਹਾ ਸ਼ਾਇਦ ਹੀ ਕਦੀ ਹੋਇਆ ਹੋਵੇ। ਉਹ ਸਾਰਾ ਹੀ ਬਾਹਰਲੀ ਦੁਨੀਆ ਨੂੰ ਸਵਾਰਨ ਲਈ ਹੈ, ਉਹ ਅਸੀਂ ਜੋੜ ਲਿਆ ਉਸ ਨਾਲ। ਫੋਕਸ ਸਾਰਾ ਆਪਾਂ ਅੱਗੇ ਗੱਲ ਕਰਾਂਗੇ ਐਗਜ਼ਾਮਪਲਸ ਲੈ ਕੇ। ਬਿਲਕੁਲ, ਐਂਡ ਉਹਦੇ ਬਾਰੇ ਜੀ ਮੈਂ ਚਾਹਾਂਗਾ ਕਿ ਵਿਸਥਾਰ ਵਿੱਚ ਤੁਹਾਡੇ ਕੋਲੋਂ ਜਾਣਕਾਰੀ ਲਈਏ ਕਿ ਕਿਸ ਤਰੀਕੇ ਨਾਲ ਉਹ ਸੋਚ ਨੂੰ ਅਸੀਂ ਪ੍ਰਚਲਿਤ ਕਰਨਾ ਹੈ ਕਿ ਅਸੀਂ ਅੰਦਰਲੀ ਦੁਨੀਆ ਸਵਾਰਨੀ ਹੈ। ਇਸ ਬ੍ਰੇਕ ਤੋਂ ਬਾਅਦ ਕਰਦੇ ਹਾਂ ਜੀ ਗੱਲ। ਥੈਂਕ ਯੂ। ਡਾਕਟਰ ਹਰਬੰਸ ਸਿੰਘ ਕੰਡੋਲਾ ਸਾਨੂੰ ਦੱਸ ਰਹੇ ਨੇ ਕਿ ਗੁਰਬਾਣੀ ਨੂੰ ਪੜ੍ਹਨ ਦਾ ਸਮਝਣ ਦਾ ਮਕਸਦ ਤਾਂ ਇਹੀ ਸੀ ਕਿ ਅਸੀਂ ਆਪਣੇ ਅੰਦਰਲੀ ਦੁਨੀਆ ਨੂੰ ਸਵਾਰੀਏ, ਯਾਨੀ ਕਿ ਮਨ ਨੂੰ ਸੰਬੋਧਿਤ ਕੀਤੀ ਗਈ ਗੁਰਬਾਣੀ। ਪਰ ਅੱਜ ਤਾਂ ਅਸੀਂ ਗੁਰਬਾਣੀ ਦਾ ਇਸਤੇਮਾਲ ਕਰ ਰਹੇ ਹਾਂ ਸਿਰਫ ਆਊਟਵਰਡ ਸਕਸੈਸ ਵਾਸਤੇ। ਕਿਉਂ ਇਹ ਨਿਗਾਰ ਜਿਹੜਾ ਸਾਡੇ 'ਚ ਆਉਂਦਾ ਜਾ ਰਿਹਾ ਹੈ? ਗੁਰੂ ਸਾਹਿਬ ਦਾ ਮੈਸੇਜ ਕਿਵੇਂ ਮੁੜ ਤੋਂ ਸੁਰਜੀਤ ਕੀਤਾ ਜਾ ਸਕਦਾ ਹੈ ਤੇ ਅਸੀਂ ਕੀ ਯੋਗਦਾਨ ਪਾ ਸਕਦੇ ਹਾਂ? ਇਸ ਬਾਰੇ ਆਓ ਹੋਰ ਜਾਣਕਾਰੀ ਲੈਣੇ ਡਾਕਟਰ ਹਰਬੰਸ ਸਿੰਘ ਕੰਡੋਲਾ। ਹਰਬੰਸ ਜੀ, ਆਪਾਂ ਗੱਲ ਕਰ ਰਹੇ ਸੀ ਕਿ ਆਰਗੇਨਾਈਜ਼ਡ ਰਿਲੀਜਨ ਨੇ ਮਨੁੱਖ ਨੂੰ ਅੰਦਰਲੀ ਦੁਨੀਆ ਸਵਾਰਨ ਦੀ ਬਜਾਏ ਬਾਹਰਲੀ ਦੁਨੀਆ ਸਵਾਰਨ ਤੇ ਲਾ ਕੇ ਮੂਰਖ ਬਣਾ ਕੇ ਐਕਸਪਲੋਇਟ ਕਰਨ ਦਾ ਇੱਕ ਸਾਧਨ ਬਣਾ ਲਿਆ ਜੀ। ਸੋ ਆਪਣਾ ਇੱਕ ਕੋਸ਼ਿਸ਼ ਹੈ, ਇਸ ਜਿਸ ਤਰ੍ਹਾਂ ਮੈਂ ਆਪ ਜੀ ਨਾਲ ਗੱਲ ਕੀਤੀ ਕਿ ਧਰਮ ਦੀ ਸਿਪਰਿਟੀ ਦੀ ਰੂਪ ਰੇਖਾ ਜੋ ਗੁਰੂ ਸਾਹਿਬਾਨਾਂ ਨੇ ਸਾਨੂੰ ਦਿੱਤੀ ਸੀ ਜੀ, ਅਸੀਂ ਉਹ ਉਜਾਗਰ ਕਰਨ ਦੀ ਕੋਸ਼ਿਸ਼ ਕਰੀਏ, ਸਮਝੀਏ। ਆਰਗੇਨਾਈਜ਼ਡ ਰਿਲੀਜਨ ਨੂੰ ਛੱਡ ਕੇ ਮਨ ਜੀਤੇ ਜਗਜੀਤ ਦੀ ਗੱਲ ਕਰੀਏ। ਗੁਰਬਾਣੀ ਗਿਆਨ ਹੈ, ਡਿਵਾਈਨ ਵਿਜ਼ਡਮ ਹੈ, ਸਪਿਰਿਚੁਅਲਿਟੀ ਗਾਈਡਿੰਗ ਪ੍ਰਿੰਸੀਪਲਸ ਨੇ ਗੁਰਬਾਣੀ ਜੀ, ਗੁਣਾਂ ਦਾ ਗੁਰਬਾਣੀ ਖਜ਼ਾਨਾ ਹੈ। ਇਸ ਨੂੰ ਸਮਝ ਕੇ ਅਸੀਂ ਵਿਚਾਰ ਬਿਹੇਵੀਅਰ ਬਦਲਨੇ ਨੇ ਜੀ, ਸਾਡੀ ਸੋਚ ਬਦਲਣੀ ਹੈ, ਬਿਹੇਵੀਅਰ ਬਦਲਨੇ, ਸਾਡੀਆਂ ਆਦਤਾਂ ਬਦਲਣੀਆਂ, ਆਪਣੀ ਪਹਿਚਾਣ ਕਰਨੀ ਹੈ। ਉਹ ਗੁਣਾਂ ਨੂੰ ਇੰਟਰਨਲਾਈਜ਼ ਕਰਕੇ, ਵਰਚੂਸ ਨੂੰ ਇੰਟਰਨਲਾਈਜ਼ ਕਰਕੇ ਅਸੀਂ ਆਪਣੇ ਆਪ ਨੂੰ ਸੁਰਤ ਉੱਚੀ ਕਰਨੀ ਹੈ, ਬਿਹੇਵੀਅਰ ਚੇਂਜ ਕਰਨਾ, ਆਦਤਾਂ ਬਦਲਣੀਆਂ ਨੇ। ਔਰ ਇੱਥੇ ਹਰਪ੍ਰੀਤ ਜੀ ਮੈਂ ਇੱਕ ਗੱਲ ਜ਼ਰੂਰ ਫੋਰਸਫੁਲੀ ਕਹਿਣਾ ਚਾਹਾਂਗਾ ਜੀ ਕਿ ਦੈਟ ਡਸ ਨਾਟ ਹੈਪਨ ਐਵਰ ਓਵਰਨਾਈਟ। ਦੈਟਸ ਟਰੂ। ਇਹ ਨਹੀਂ ਹੁੰਦਾ ਹੈਗਾ। ਠੀਕ। ਤੁਹਾਡੇ ਜਿਹੜੇ ਬਿਹੇਵੀਅਰ ਆਦਤਾਂ ਸਾਲਾਂ ਦੀਆਂ ਪੱਕੀਆਂ ਹੋਈਆਂ ਨੇ ਨਾ, ਇਹ ਓਵਰਨਾਈਟ ਨਹੀਂ ਹੁੰਦਾ ਹੈਗਾ। ਇਹ ਲਾਈਫ ਜਰਨੀ ਹੈ। ਠੀਕ ਹੈ। ਇਹ ਆਦਤਾਂ ਬਦਲਣੀਆਂ ਇੱਕ ਲਾਈਫ ਜਰਨੀ ਹੈ। ਅਸੀਂ ਨਿਤਨੇਮ ਕਿਉਂ ਕਰਦੇ ਹਾਂ ਹਰ ਰੋਜ਼? ਅਸੀਂ ਸਵੇਰੇ ਉੱਠ ਕੇ ਭੁੱਖਿਆਂ ਭੁੱਖ ਨਾ ਉਤਰੀ ਜਬਨਾ, ਹਰ ਸਵੇਰੇ ਉੱਠ ਕੇ ਆਪਣੇ ਆਪ ਨੂੰ ਰਿਮਾਈਂਡ ਕਰਨਾ ਕਿ ਗੁਰੂ ਨੇ ਮੈਨੂੰ ਕਿਹਾ ਕੀ ਆ ਦਿਸ ਮਾਰਨਿੰਗ। ਫਿਰ ਸਾਰਾ ਦਿਨ ਉਹ ਪ੍ਰੈਕਟਿਸ ਕਰਨਾ। ਨਿਤਨੇਮ ਦਾ ਮਕਸਦ ਇਹੀ ਹੈ। ਜਦੋਂ ਅਸੀਂ ਆਦਤਾਂ ਸਾਡੀਆਂ ਬਦਲਦੀਆਂ ਵੀ ਨੇ, ਸੁਭਾਅ ਬਦਲਦਾ ਵੀ ਨਾ, ਜੇ ਅਸੀਂ ਨਿਤਨੇਮ ਨਹੀਂ ਕਰਦੇ ਉਹ ਫਿਰ ਦੁਬਾਰਾ ਲਾਲਚ ਪੈਦਾ ਫਿਰ ਦੁਬਾਰਾ ਹੋ ਜਾਂਦੀਆਂ ਨੇ। ਇਹ ਲਾਈਫ ਜਰਨੀ ਹੈ। ਅਸੀਂ ਸਾਰੀ ਐਫਰਟ, ਪਰ ਅੱਜ ਤਾਈਂ ਜਿਹੜੀ ਹੈਗੀ ਆ ਉਹ ਸਾਡੀ ਸਾਰੀ ਐਫਰਟ, ਜਿਸ ਤਰ੍ਹਾਂ ਆਪਾਂ ਗੱਲ ਕੀਤੀ ਹੈ, ਬਾਹਰਲੀ ਦੁਨੀਆ ਨੂੰ ਬਦਲਣ ਤੇ ਲੱਗੀ ਹੋਈ ਹੈ। ਪਾਠ ਕਰਦੇ ਹਾਂ, ਸੁਖਮਨੀ ਸਾਹਿਬ ਦੇ ਪਾਠ ਕਰਦੇ ਹਾਂ, ਲੜੀਆਂ ਲਾਉਂਦੇ ਹਾਂ, ਇਹ ਸੁੱਖਾਂ ਪੂਰੀਆਂ ਕਰਨ ਲਈ ਨੇ। ਬਿਲਕੁਲ। ਅਸੀਂ ਜਿਹੜੀ ਹੈਗੀ ਆ ਆਪਣੀਆਂ ਆਦਤਾਂ ਬਦਲਣ ਲਈ ਨਹੀਂ ਹੈ, ਇਹ ਬਾਹਰਲੀ ਦੁਨੀਆ ਨੂੰ ਬਦਲਣ ਲਈ ਹੈ। ਸਾਡਾ ਫੋਕਸ ਹੈ ਜਿਹੜਾ ਉਹ ਬਾਹਰਲੀ ਦੁਨੀਆ ਨੂੰ। ਇੱਕ ਗੱਲ ਆਪਾਂ ਇੱਥੇ ਤੁਸੀਂ ਆਪ ਜੀ ਨੇ ਪਹਿਲਾਂ ਸ਼ੁਰੂ 'ਚ ਕੀਤੀ ਸੀਗੀ, ਗੁਰਬਾਣੀ ਸਿਚੁਏਸ਼ਨ ਨੂੰ ਨਹੀਂ ਬਦਲਦੀ। ਰਾਈਟ। ਸਿਚੁਏਸ਼ਨ ਤੇ ਰਹਿਣੀ। ਗੁਰਬਾਣੀ ਫਲੱਡ ਸੁਨਾਮੀ ਲਿਆਉਣੀ ਬੰਦ ਨਹੀਂ ਕਰਨੀ। ਗੁਰਬਾਣੀ ਨੇ, ਰੱਬ ਜੀ ਨੇ ਤੁਹਾਨੂੰ ਗਿਆਨ ਦੇਣਾ ਹੈ, ਤੁਹਾਨੂੰ ਗੁਣ ਦੇਣੇ ਨੇ, ਤੁਹਾਨੂੰ ਐਮਪਾਵਰ ਕਰਨਾ ਕਿ ਤੁਸੀਂ ਇਹ ਐਮਪਾਵਰਮੈਂਟ ਨੂੰ ਯੂਜ਼ ਕਰਕੇ ਉਸ ਸਿਚੁਏਸ਼ਨ ਦਾ ਸਾਹਮਣਾ ਕਰ ਸਕੋ। ਕਿਵੇਂ ਰਿਐਕਟ ਕਰਦੇ ਹੋ ਤੁਸੀਂ? ਉਹ ਸਿਚੁਏਸ਼ਨ ਨਹੀਂ ਬਦਲਣੀ, ਸਾਡੀ ਕੋਸ਼ਿਸ਼ ਲੱਗੀ ਆ ਕਿ ਸਿਚੁਏਸ਼ਨ ਬਦਲ ਜਾਵੇ। ਸਾਡੀ ਅੱਜ ਤਾਈਂ ਕੋਸ਼ਿਸ਼ ਹੈ ਕਿ ਸਿਚੁਏਸ਼ਨ ਬਦਲ ਜਾਵੇ। ਐਂਡ ਇਸੇ ਕਰਕੇ ਕਰਾਮਾਤ, ਮਿਰੇਕਲਸ ਦਾ ਜਿਹੜਾ ਕਨਸੈਪਟ ਅਸੀਂ ਲੈ ਰਹੇ, ਜਦ ਕਿ ਗੁਰੂਆਂ ਨੇ ਕਦੀ ਵੀ ਆਪਣੇ ਜੀਵਨ ਦੇ ਵਿੱਚ ਇਹ ਮਿਰੇਕਲਸ ਦਾ ਸਹਾਰਾ ਨਹੀਂ ਲਿਆ। ਇਸ ਕਰਕੇ ਸਵੀਕਾਰ ਕੀਤਾ ਜੋ ਗੁਰੂ ਸਾਹਿਬਾਂ ਨੇ ਸਿਚੁਏਸ਼ਨ ਨਹੀਂ ਬਦਲਦੀ। ਗੁਰਬਾਣੀ ਨੇ, ਗੁਰਬਾਣੀ ਨੇ ਤਾਂ ਤੁਹਾਡੇ ਥਾਟ ਪ੍ਰੋਸੈਸ ਦੇਣਾ, ਤੁਹਾਨੂੰ ਐਮਪਾਵਰ ਦੇਣੀ ਹੈ, ਇੰਟਰਨਲ ਪਾਵਰ, ਕਿ ਅਸੀਂ ਉਸ ਸਿਚੁਏਸ਼ਨ ਦਾ ਸਾਹਮਣਾ ਕਰ ਸਕੀਏ। ਪਰ ਸਾਡੀ ਕੋਸ਼ਿਸ਼ ਹੈ ਸਿਚੁਏਸ਼ਨ ਨੂੰ ਬਦਲਦੀ, ਹਮੇਸ਼ਾ ਉਸ ਕਰਨੀ ਹੈ। ਹੁਣ ਆਪਣੀ ਇਹ ਹੈ ਵੀ ਆਪਣੀ ਗੁਰਬਾਣੀ ਅਧਿਆਤਮਕ ਗਿਆਨ ਹੈ, ਇਨਫੋਰਮੇਸ਼ਨ ਆ। ਅਸੀਂ ਉਹ ਇਨਫੋਰਮੇਸ਼ਨ ਆਪ ਪੜ੍ਹੀਏ ਜਾਂ ਸੰਗਤ ਵਿੱਚੋਂ ਲਈਏ, ਸਮਝੀਏ, ਉਹਨੂੰ ਧਾਰਨ ਕਰੀਏ, ਤੇ ਉਹ ਕਰਕੇ ਅਸੀਂ ਸਟੈਪ ਬਾਈ ਸਟੈਪ ਜਿਹੜੇ ਸਾਡੇ
ਜਿਹੜੇ ਹੈਗੇ ਨੇ ਵਿਚਾਰ ਨੇ, ਸਾਡੇ ਸੋਚ ਆ, ਉਸ ਨੂੰ ਬਦਲੀ, ਉਹਦੇ ਵਿੱਚ ਚੇਂਜ ਲਿਆਈਏ। ਅਸੀਂ ਜਿਹੜੀ ਬਾਹਰਲੀ ਦੁਨੀਆ, ਜਿਸ ਤਰ੍ਹਾਂ ਮੈਂ ਗੱਲ ਕੀਤੀ ਸੀ ਵੀ ਕੋਸ਼ਿਸ਼ ਇਹ ਕੀਤੀ ਬਾਹਰਲੀ ਦੁਨੀਆ ਸਵਾਰਨ ਦੀ। ਹਰਪ੍ਰੀਤ ਜੀ, ਇੱਕ ਗੁਰੂ ਸਾਹਿਬ ਯੰਗ ਮੈਨ ਨੇ, ਉਹ ਕਹਿੰਦਾ ਵੀ ਮੈਂ ਜੋ ਆ ਕੇ ਗੁਰਦੁਆਰੇ ਇੱਕ ਥੋੜ੍ਹੀ ਜਿਹੀ ਰਿਸਰਚ ਕੀਤੀ, ਦੇਖਿਆ ਬਈ ਲੋਕ ਇੱਥੇ ਆ ਕੇ ਅਰਦਾਸਾਂ ਕਰਦੇ ਨੇ, ਉਹ ਕਾਹਦੇ ਲਈ ਕਰਦੇ ਆ? ਕਹਿੰਦਾ ਮੈਂ ਦੇਖਿਆ ਤੇ ਉਹ ਲੋਕੀ ਅਰਦਾਸ ਕਰਦੇ ਆ ਮੁਸੀਬਤ, ਜਦੋਂ ਕੋਈ ਘਰ 'ਚ ਮੁਸੀਬਤ ਆ ਜਾਏ, ਜਾਂ ਬੱਚੇ ਦਾ ਕੋਈ ਐਗਜ਼ਾਮ ਹੋਵੇ, ਜਾਂ ਕੋਈ ਘਰ 'ਚ ਬਿਮਾਰ ਹੋ ਗਿਆ, ਜਾਂ ਬਿਜ਼ਨਸ ਸਟਾਰਟ ਕਰਨਾ, ਜਾਂ ਇੰਟਰਵਿਊ ਦੇਣੀ ਹੈ, ਤੇ ਜਾਂ ਅਸੀਂ ਕਿਤੇ ਇੰਡੀਆ ਨੂੰ ਜਾਣਾ ਹੈਗਾ। all about ਇਹ ਅਰਦਾਸ ਹੀ ਨਹੀਂ ਕਿ ਮੈਂ ਆਪਣੀ ਰੱਬ ਪਰਮਾਤਮਾ ਮੈਨੂੰ ਸੋਚ ਬਦਲ, ਮੈਨੂੰ ਸ਼ਕਤੀ ਦੇ ਕਿ ਮੈਂ ਆਪਣੀ ਸੋਚ ਬਦਲਾਂ। ਹੁਣ ਅਸੀਂ ਅੰਦਰਲੀ ਦੁਨੀਆ ਸਵਾਰਨ ਦੀ ਗੱਲ ਹੈ। ਅਖੰਡ ਪਾਠ ਅਸੀਂ ਕਰਦੇ ਹਾਂ ਬਿਜ਼ਨਸ ਦੇ ਵਿੱਚ ਵਾਧੇ ਕਰਨ ਲਈ, ਅਸੀਂ ਸੁਖਣੀ ਸਾਹਿਬ ਕਰਦੇ ਹਾਂ ਪੁੱਤਰ ਦੀ ਦਾਤ ਲੈਣ ਲਈ, ਅਸੀਂ ਦਾਨ ਪੁੰਨ ਕਰਦੇ ਹਾਂ ਕਿ ਸਾਡੇ ਡਰਾਟ ਪਈ ਹੋਈ ਹੈ, ਮੀਂਹ ਪੈ ਜਾਵੇ, ਹਣੀ ਸੁੱਖਾਂ ਪੂਰੀਆਂ ਕਰਨ ਲਈ ਅਸੀਂ ਸਭ ਕੁਝ ਕਰਦੇ ਹੈਗੇ ਆ। ਹਰਪ੍ਰੀਤ ਜੀ, ਮੈਂ ਇੱਥੋਂ ਤੱਕ ਤੁਸੀਂ ਸ਼ੌਕਡ ਹੋਵੋਗੇ, ਇੱਕ ਸਿੱਖ ਜਥਾ ਲੈ ਕੇ ਜਾ ਰਹੇ ਹੈਗੇ ਨੇ ਨੇਪਾਲ ਨੂੰ, ਕਹਿੰਦੇ ਅਸੀਂ ਲੈ ਕੇ ਜਾਣਾ। ਉੱਥੇ ਇੱਕ ਮੈਂ ਉਹਦੀ ਦਿਖਾਇਆ ਵੀ ਉਹਨਾਂ ਨੇ, ਇੱਕ ਟੈਂਪਲ ਹੈਗਾ ਜਿਹਦਾ ਨਾਮ ਮਨੋਕਾਮਨਾ ਪੂਰਨ ਟੈਂਪਲ। ਅੱਛਾ ਜੀ, ਮਨੋਕਾਮਨਾ ਪੂਰਨ ਟੈਂਪਲ ਅਸੀਂ ਤੁਹਾਨੂੰ ਲੈ ਕੇ ਜਾਣਾ, ਤੁਹਾਡੀਆਂ ਸਾਰੀਆਂ ਹੀ ਮਨੋਕਾਮਨਾ ਪੂਰੀਆਂ ਹੋ ਰਹੀਆਂ, ਪੈਸੇ ਦੇ ਕੇ ਆਹ ਕੁਛ ਹੋ ਰਿਹਾ। ਵਾਹ ਜੀ ਵਾਹ। ਇੰਟਰਨਲ ਦੁਨੀਆ ਸਵਾਰਨ ਦੀ ਕਿੱਥੇ ਗੱਲ ਹੈਗੀ ਹੈ? ਸੋ ਹੈਪੀਨੈਸ ਜਿਹੜੀ ਭਾਲ ਦੇ ਵਿੱਚ ਅਸੀਂ ਹੈਗੇ ਆ, ਉਹ ਸਾਨੂੰ ਮਿਲਦੀ ਕੋਈ ਨਹੀਂ। ਸੁਸਾਇਟੀ ਬਾਹਰਲੀ ਦੁਨੀਆ ਸਵਾਰਨ ਲਈ ਲੱਗੀ ਹੋਈ ਹੈਗੀ ਆ, ਤੇ ਸਿਰਫ ਅੰਦਰਲੀ ਦੁਨੀਆ ਇਹ ਗੁਰਬਾਣੀ ਦੇ ਨਾਲ ਬਦਲਦੀ ਹੈਗੀ ਆ। ਹੈਪੀਨੈਸ, ਪੀਸ ਜਿਹੜੀ ਹੈਗੀ ਆ, ਉਹ ਸਾਨੂੰ ਤਾਂ ਹੀ ਆਵੇਗੀ ਜਦੋਂ ਅਸੀਂ ਅੰਦਰਲੀ ਦੁਨੀਆ ਨੂੰ ਬਦਲਾਂਗੇ। ਓਕੇ, ਐਵਰੀ ਹਿਊਮਨ, ਇੱਥੇ ਸਾਨੂੰ ਨਾ ਥੋੜ੍ਹੀ ਜਿਹੀ ਸਮਝ ਆਉਣੀ ਚਾਹੀਦੀ ਹੈਗੀ ਕਿ ਆਪਣੇ ਆਪ ਦੀ ਅਸੀਂ ਪਛਾਣ ਕਰਨੀ ਹੈਗੀ। ਐਵਰੀ ਹਿਊਮਨ ਹੈਜ਼ ਸੀਡ ਆਫ ਐਨਲਾਈਟਨਮੈਂਟ ਵਿਦਿਨ, ਨੋ ਡਾਊਟ, ਐਵਰੀ ਹਿਊਮਨ। ਬਟ ਗੁਰਬਾਣੀ ਸਾਨੂੰ ਰਿਮਾਈਂਡ ਕਰਦੀ ਹੈ ਕਿ ਬਟ ਵੀ ਹੈਵ ਫੋਰਗਾਟਨ। ਗੁਰਬਾਣੀ ਸਾਨੂੰ ਸਿਰਫ ਰਿਮਾਈਂਡ ਕਰਦੀ ਹੈ, ਬਾਹਰਲੇ ਕੰਮ ਨਹੀਂ ਸਾਡੀ ਗੁਰੂ ਨੇ ਕੋਈ ਬਿਜ਼ਨਸ ਨਹੀਂ ਸਵਾਰਨਾ, ਗੁਰਬਾਣੀ ਨੇ ਸਾਨੂੰ ਰਿਮਾਈਂਡ ਕਰਨਾ ਕਿ what you have forgotten. Realize that. Find yourself. Does not happen overnight, ਜਿਸ ਤਰ੍ਹਾਂ ਮੈਂ ਕਿਹਾ ਹੈ। ਹੁਣ ਇੱਥੇ ਆਪਾਂ ਥੋੜ੍ਹਾ ਜਿਹਾ ਇੰਨਾ ਕੁ ਵੀ ਜ਼ਰੂਰ ਕਰ ਲਈਏ ਹਰਪ੍ਰੀਤ ਜੀ ਵੀ ਕਿ ਓਕੇ, ਅਸੀਂ ਤੁਸੀਂ ਕਹਿੰਦੇ ਤਾਂ ਹੈਗੇ ਆ ਕਿ ਅੰਦਰਲੀ ਦੁਨੀਆ ਸਵਾਰਨੀ ਚਾਹੀਦੀ ਹੈ, ਪਰ ਹਮੇ ਕਿਵੇਂ ਸਵਾਰੀਏ? ਜਿਵੇਂ ਗੱਲ ਕਿ ਸਟੈਪ 1, ਪਹਿਲੀ ਗੱਲ ਤਾਂ ਜਿੰਨੇ ਵੀ ਅਸੀਂ ਕੰਮ ਕਰਦੇ ਹਾਂ ਧਰਮ ਦੇ, ਉਹ ਇਨਫੋਰਮੇਸ਼ਨ ਲੈਣੀ ਹੈ। ਗੁਰਦੁਆਰੇ ਜਾਣਾ, ਕਥਾ ਸੁਣਨੀ, ਕੀਰਤਨ ਸੁਣਨਾ, ਪਾਠ, ਅਖੰਡ ਪਾਠ, ਨਿਤਨੇਮ ਜੋ ਵੀ ਕਰਦੇ ਹਾਂ, ਇਹ ਅਸੀਂ ਇਨਫੋਰਮੇਸ਼ਨ ਲੈਣੀ ਹੈ ਕਿ ਗੁਰੂ ਮੈਨੂੰ ਕਹਿ ਕੀ ਰਿਹਾ। ਦੈਟਸ ਸਟੈਪ 1। ਦੂਜੀ ਗੱਲ, ਉਸ ਨੂੰ ਫਿਰ ਅਸੀਂ ਸਮਝਣਾ ਅਸੀਂ ਵੀ ਗੁਰੂ ਦਾ ਮੈਸੇਜ ਹੈ ਕੀ ਆ ਮੇਰੇ ਲਈ, ਹੈ ਨਾ। ਸਟੈਪ ਦੂਆ ਵੀ ਉਹਨੂੰ ਅੰਡਰਸਟੈਂਡ ਕਰਕੇ, ਉਹਦੇ ਤੇ ਨਿਤਨੇਮ ਕਰਕੇ, ਚੇਤਨ ਕਰਕੇ, ਮੈਡੀਟੇਟ ਕਰਕੇ ਉਹਨੂੰ ਇੰਟਰਨਲਾਈਜ਼ ਕਰਨਾ। ਉਹਨੂੰ ਕਹਿੰਦੇ ਨੇ ਅਸੀਂ ਧਾਰਨ ਕਰਨਾ। ਇਹ ਸਟੈਪ ਬਾਈ ਸਟੈਪ ਹੈ, ਸੁਣਿਆ ਮੰਨਿਆ ਮਨ ਕੀਤਾ ਪਾਓ। ਇਹ ਸਟੈਪ ਬਾਈ ਸਟੈਪ ਆ, ਓਵਰਨਾਈਟ ਨਹੀਂ ਹੋਣਾ। ਜਿਵੇਂ ਆਪਾਂ ਗੱਲ ਕੀਤੀ ਹੈ ਭਾਈ, ਨਿਤਨੇਮ ਦਾ ਮਤਲਬ ਤਾਂ ਇਹ ਹੈ ਗੁਰੂ ਤੈਨੂੰ ਸਵੇਰੇ ਕੁਝ ਕਿਹਾ ਹੈਗਾ, ਬਿਲਕੁਲ ਜੀ, ਉਸ ਨੂੰ ਤੁਸੀਂ ਰਿਫਲੈਕਟ ਕਰ ਰਹੇ ਹੋ ਕਿ ਨਹੀਂ, ਰੋਜ਼ਮਰਾ ਜਿਹੜਾ ਤੁਹਾਡਾ ਵਿਹਾਰ ਹੈ ਉਹਦੇ 'ਚ ਕੀ ਉਹ ਕਰੈਕਟਰ ਤੁਹਾਡਾ ਰਿਫਲੈਕਟ ਹੋ ਰਿਹਾ, ਕੀ ਤੁਹਾਨੂੰ ਉਹ ਸੋਚ ਜਿਹੜੀ ਹੈ ਉਹ ਪ੍ਰਭਾਵਿਤ ਕਰ ਰਹੀ ਹੈ ਕੁਝ ਕਰਨ? ਸਾਰਾ ਦਿਨ ਪ੍ਰੈਕਟਿਸ ਕਰਨੀ ਆ ਤੇ ਅਸੀਂ ਆਪਣੀ ਜਿਹੜੀ ਅੰਦਰਲੀ ਦੁਨੀਆ ਚੇਂਜ ਕਰਨੀ ਹੈ। ਪਰ ਸਾਡਾ ਜਿਹੜਾ ਹਰਪ੍ਰੀਤ ਜੀ, ਦਿਸ ਇਜ਼ ਅ ਵੈਰੀ ਇੰਪੋਰਟੈਂਟ ਪੁਆਇੰਟ ਆ, ਸਮਹਾਓ ਸਾਡਾ ਦੁਖਾਂਤ ਇਹ ਹੈਗਾ ਕਿ ਅਸੀਂ ਧਰਮ ਤੇ ਕਰਮ ਨੂੰ ਦੋ ਵੱਖਰੇ ਕਰ ਦਿੱਤਾ ਹੋਇਆ। ਵੀ ਸਾਰੇ ਕੰਮ, ਐਕਸ਼ਨਸ ਧਰਮ ਦੇ ਆਧਾਰਿਤ ਅਸੀਂ ਕਰਦੇ ਹੈਗੇ ਹਾਂ। ਬਈ ਬਿਹੇਵੀਅਰ ਅਸੀਂ ਕਰਨ ਤੋਂ ਅੰਦਰ ਧਰਮ ਨਹੀਂ। ਜੇ ਅਸੀਂ ਧਰਮ ਦੇ ਕੰਮ ਕਰਦੇ ਹਾਂ ਪਰ ਸਾਡੀ ਸੁਰਤ ਨਹੀਂ ਬਦਲੀ ਤਾਂ ਇਹ ਪਖੰਡ ਹੋ ਗਿਆ। ਅਸੀਂ ਨਾ ਦੋਨਾਂ ਨੂੰ ਵੱਖਰੇ, ਧਰਮ ਦੇ ਕੰਮ ਅਸੀਂ ਜ਼ਰੂਰ ਕਰਦੇ ਹਾਂ, ਨਾਟ ਟੂ ਚੇਂਜ ਆਵਰਸੈਲਵਸ ਇਨਸਾਈਡ ਬਟ ਟੂ ਸ਼ੋ, ਔਰ ਜਿਹੜੀ ਬਾਹਰਲੀ ਦੁਨੀਆ ਕਰਨ ਦੇ, ਐਂਡ ਟੂ ਡਿਮਾਂਡ ਫॉर ਸਮਥਿੰਗ ਜਾਂ ਫਿਰ ਐਕਸਟਰਨਲ। ਧਰਮ ਹੈ ਤਾਂ ਕਰਮ ਨਹੀਂ, ਉਹ ਵਿਖਾਵਾ ਹੋ ਜਾਂਦਾ। ਸੋ ਅਸੀਂ ਇਹਨਾਂ ਨੂੰ ਵੱਖਰੇ ਕਰ ਦਿੱਤਾ ਹੋਇਆ। ਅਸੀਂ ਧਰਮ ਤੇ ਫੋਕਸ ਰੱਖਿਆ, ਆਪਣੇ ਤੇ ਚੇਂਜ ਕਰਨ ਤੇ ਫੋਕਸ ਨਹੀਂ ਹੈ। ਜਾਂ ਵੀ ਅਸੀਂ ਉਹ ਦਿਖਾਵਾ ਕਰਦੇ ਹਾਂ, ਅਸੀਂ ਉਹ ਧਰਮ ਦੇ ਕੰਮ ਕਰਨ ਦਾ, ਪਰ ਸਾਡੇ ਅੰਦਰ ਜਿਹੜੀ ਕੋਈ ਚੇਂਜ ਨਹੀਂ ਆਉਂਦੀ ਹੈਗੀ ਹੈ। ਹੁਣ ਧਰਮ ਦੇ ਕੰਮ ਅਸੀਂ ਜਿੰਨੇ ਵੀ ਕਰਦੇ ਹਾਂ, ਅਸੀਂ ਇਹ ਇੱਕ ਤਰ੍ਹਾਂ ਦਾ ਮਤਲਬ ਵੀ ਮੈਂ ਗੱਲ ਕੀਤੀ ਵੀ ਕਿ ਇਸ ਤਰ੍ਹਾਂ ਦਾ ਰਾਵਣ ਦਾ ਪੁਤਲਾ ਸਾੜਨ ਵਾਲੀ ਗੱਲ ਹੈ। ਰਾਵਣ
ਪਤਾ ਨਹੀਂ ਕਿੰਨੀਆਂ ਕੁ ਸਦੀਆਂ ਹੋ ਗਈਆਂ ਜੀ। ਰਾਵਣ ਨੂੰ ਸਾੜਦੇ, ਰਾਵਣ ਨਹੀਂ ਮਰਿਆ। ਬਿਲਕੁਲ ਅਸੀਂ ਇਹ ਅੱਜ ਤਾਈਂ ਦੇਖਿਆ ਹੀ ਨਹੀਂ ਕਿ ਸਾਡਾ ਅੰਦਰਲਾ ਰਾਵਣ ਤੇ ਕਦੇ ਮਰਿਆ ਹੀ ਨਹੀਂਗਾ। ਜੀ। ਅਸੀਂ ਕਾਗਜ਼ਾਂ ਦਾ, ਲੱਕੜੀ ਦਾ ਪੁਤਲਾ ਸਾੜੀ ਜਾਂਦੇ ਆ। ਠੀਕ। ਸੋ ਇਹ ਜਿਹੜੇ ਕੰਮ ਅਸੀਂ ਕਰਦੇ ਹੈਗੇ ਆ, ਗੁਰਦੁਆਰੇ ਜਾਣਾ, ਪਾਠ ਕਰਨਾ, ਕਥਾ ਕੀਰਤਨ, ਇਹ ਸਾਡੇ ਸਾਰੇ ਹੀ ਬਾਹਰਲੀ ਦੁਨੀਆ ਨੂੰ ਸਵਾਰਨ ਤੇ ਲੱਗੇ ਹੋਏ ਹੈਗੇ ਨੇ। ਅਸੀਂ ਇਹ ਦੇਖ ਰਹੇ, ਔਰ ਜਿਹੜਾ ਪੁਤਲਾ ਹੈਗਾ ਰਾਵਣ ਦਾ, ਉਹ ਸਗੋਂ ਵੱਡਾ ਹੁੰਦਾ ਜਾਂਦਾ। ਮੈਂ ਉੱਪਰ ਦੇਖ ਰਿਹਾ ਸੀਗਾ, ਉਹ ਕਹਿੰਦੇ ਜੀ ਐਕਤੀ ਪੁਤਲਾ ਜਿਹੜਾ ਨਾ ਉਹ 5-7 ਫੁੱਟ ਵੱਡਾ ਹੋ ਗਿਆ। ਸੋ ਇਹੀ ਹੈਗਾ, ਰਾਈਟ। ਦਿਸ ਇਜ਼ ਵਾਟ ਐਕਚੁਅਲੀ ਹੈਪਨਿੰਗ ਆਊਟਸਾਈਡ। ਕੋਈ ਸ਼ੱਕ ਨਹੀਂ ਜੀ ਕਿ ਜੇ ਤਾਂ ਇਹ ਬਾਣੀ ਪੜ੍ਹ ਕੇ ਸਾਡੇ ਜੀਵਨ ਦੇ ਵਿੱਚ ਕੁਝ ਉਹ ਚੇਂਜ ਆ ਰਿਹਾ ਹੋਏ ਤਾਂ ਮੁਬਾਰਕ, ਲੇਕਿਨ ਜੇਕਰ ਸਿਰਫ ਇਹ ਰੱਟਾ ਹੀ ਵੱਜ ਰਿਹਾ ਹੈ ਤਾਂ ਉਸ ਦਾ ਐਂਡ ਰਿਜ਼ਲਟ ਸਾਡੇ ਸਾਹਮਣੇ ਹੀ ਹੈ। ਡਿਪਰੈਸ਼ਨ, ਸਟ੍ਰੈਸ, ਲੋਕਾਂ ਦੇ ਵਿੱਚ ਆਪਸੀ ਜਿਹੜੇ ਰਿਸ਼ਤੇ ਸੀ, ਕਿੰਨੀਆਂ ਦਰਾਰਾਂ ਪੈ ਗਈਆਂ। ਸੋ ਅਸੀਂ ਸਮਰੀ ਦੇ ਤੌਰ ਤੇ ਜੇ ਦੇਖੀਏ, ਅਸੀਂ ਜਿਹੜੇ ਜਿੰਨੇ ਵੀ ਆਪਣੇ ਸਰੋਤੇ ਆ, ਉਹ ਬੈਠ ਕੇ ਇੱਕ ਫੋਕਸ ਇੱਥੇ ਬੈਠ ਕੇ ਸੋਚਣਾ ਵੀ ਜਿੰਨੇ ਵੀ ਅਸੀਂ ਧਰਮ ਦੇ ਕੰਮ ਕਰਦੇ ਹੈਗੇ ਆ, ਕੀ ਸਾਡਾ ਫੋਕਸ ਅੰਦਰਲੀ ਦੁਨੀਆ ਸਵਾਰਨ ਲਈ ਹੈ ਜਾਂ ਬਾਹਰਲੀ ਦੁਨੀਆ ਸਵਾਰਨ ਲਈ। ਧਰਮ ਦੇ ਕੰਮ ਜਿੰਨੇ ਵੀ ਕਰਦੇ ਹੋ, ਉਹਨੇ ਤੁਹਾਡੀ ਅੰਦਰਲੀ ਦੁਨੀਆ ਸਵਾਰਨੀ ਆ, ਬਾਹਰਲੀ ਦੁਨੀਆ ਨਹੀਂ ਸਵਾਰਨੀ। ਇਹ ਸਾਨੂੰ ਸੋਚਣ ਦੀ ਲੋੜ ਆ। ਹਰ ਇੱਕ ਜਿਹੜਾ ਵੀ ਸਰੋਤਾ ਆਪਣੇ ਅਕਾਲ ਟੀਵੀ ਦਾ ਇਹ ਸੋਚੇ ਕਿ ਅੱਜ ਮੈਂ ਬੈਠ ਕੇ ਜਾਂ ਕੱਲ ਨੂੰ ਜੋ ਕੁਝ ਵੀ ਕਰਨਾ, ਜੋ ਕੁਝ ਵੀ ਧਰਮ ਦੇ ਕੰਮ ਕਰਨੇ ਆ, ਪਾਠ ਕਰਾਉਣਾ, ਅਖੰਡ ਪਾਠ, ਨਿਤਨੇਮ ਕਰਨਾ, ਜੋ ਕੁਝ ਵੀ ਕਰਨਾ, ਮੈਂ ਇਹ ਦੇਖਣਾ ਕਿ ਮੇਰਾ ਫੋਕਸ ਕੀ ਹੈ। ਬਿਲਕੁਲ। ਗੁਰੂ ਤਾਂ ਕਹਿੰਦਾ ਵੀ ਇਹਦੇ ਨਾਲ ਤੇਰੀ ਸਿਰਫ ਅੰਦਰਲੀ ਦੁਨੀਆ ਬਦਲਣੀ ਆ, ਬਾਹਰਲੀ ਦੁਨੀਆ ਨਹੀਂ ਬਦਲਣੀ। ਸੋ ਇਸ ਕਰਕੇ ਸਾਨੂੰ ਇਹ ਫੋਕਸ ਦੇਖਣਾ ਪੈਣਾ, ਸਾਨੂੰ ਸੋਚਣਾ ਪੈਣਾ ਕਿ ਜਿੰਨੇ ਵੀ ਅਸੀਂ ਕੰਮ ਕਰਦੇ ਹਾਂ ਉਹਦਾ ਫੋਕਸ ਕੀ ਹੈ। ਤੇ ਜਦੋਂ ਸਾਡੀ ਇਹ ਸੋਚ ਬਦਲ ਜੂਗੀ ਤਾਂ ਅਸੀਂ ਸਾਰੇ ਜਿੰਨੇ ਕਰਮ ਕਾਂਡ ਨੇ, ਐਕਸਪਲੋਇਟੇਸ਼ਨ ਜਿਹੜੇ ਨੇ, ਇਹ ਸਾਰੇ ਤਿਆਗ ਕੇ ਸਾਡੀ ਟਰਾਂਸਫਰਮੇਸ਼ਨ ਕੰਪਲੀਟ, ਆਪਣੀ ਜਰਨੀ ਪੂਰੀ ਹੋ ਜਾਏਗੀ। ਬਿਲਕੁਲ ਜੀ, ਤੁਸੀਂ ਬੜੀ ਸੋਹਣੀ ਗੱਲ ਕੀਤੀ। ਜਿਹੜਾ ਟਿਪ ਐਂਡ ਵਿੱਚ ਦਿੱਤੀ ਹੈ ਕਿ ਹੁਣ ਸਮਾਂ ਹੈਗਾ ਕਿ ਜੋ ਕੁਝ ਸੁਣ ਲਿਆ ਇਸ ਨੂੰ ਸਿਰਫ ਕੰਨ ਰਸ ਤੱਕ ਹੀ ਸੀਮਤ ਨਾ ਰਹੇ। ਅਸੀਂ ਸੈਲਫ ਐਨਾਲਿਸਿਸ ਕਰਕੇ ਕਿ ਹੁਣ ਅਸੀਂ ਕੀ ਇਹ ਜੋ ਕੁਝ ਕਰ ਰਹੇ ਹਾਂ, ਇਸ ਨਾਲ ਕੀ ਸਾਡੇ ਜੀਵਨ ਵਿੱਚ, ਸਾਡੀ ਸੋਚ ਵਿੱਚ ਕੁਝ ਬਦਲਾਅ ਆ ਰਿਹਾ ਕਿ ਨਹੀਂ ਆ ਰਿਹਾ, ਤੇ ਜੋ ਕੁਝ ਅਸੀਂ ਕਰ ਰਹੇ ਹਾਂ ਸਿਰਫ ਇੱਕ ਕਮਰਸ਼ਲਾਈਜੇਸ਼ਨ ਨਾ, ਉਸ ਨੂੰ ਵਪਾਰੀਕਰਨ ਨਾ ਕਰ ਦਈਏ ਧਰਮ ਦਾ। ਉਹਦੇ ਹਰਪ੍ਰੀਤ ਜੀ ਐਕਸਪਲੋਇਟੇਸ਼ਨ ਬਹੁਤ ਹੋ ਚੁੱਕੀ ਹੈ। ਐਬਸੋਲੂਟਲੀ। ਐਕਸਪਲੋਇਟੇਸ਼ਨ ਅਸੀਂ ਜਿਹੜੇ ਦੁੱਖਾਂ ਦੇ ਵਿੱਚ ਬਹੁਤ ਚੱਲ ਰਹੇ ਹਾਂ, ਅਸੀਂ ਜਿਹੜੀ ਆਤਮਕ ਮੌਤ 'ਤੇ ਮਰ ਰਹੇ ਹਾਂ, ਸੁਸਾਈਡ ਜ਼ਿਆਦਾ ਹੋ ਰਹੇ ਨੇ ਨਾਰਮਲ ਲਾਈਫ ਤੋਂ। ਇਸ ਰੱਟ ਦੇ ਵਿੱਚੋਂ ਅਸੀਂ ਨਿਕਲ ਸਕਦੇ ਹਾਂ। ਬਿਲਕੁਲ ਜੀ, ਜੇਕਰ ਇਹ ਚੀਜ਼ ਨੂੰ ਫੋਲੋ ਕੀਤਾ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪ੍ਰੋਗਰਾਮ ਕਰਦਾ ਜੀ ਇੱਥੇ ਹੀ ਸਮਾਪਤ। 604 603 75 55 ਤੇ ਜ਼ਰੂਰ ਦੇਣਾ ਫੀਡਬੈਕ, ਤੇ ਨਾਲ ਹੀ ਇਹ ਪ੍ਰੋਗਰਾਮਸ ਨੂੰ ਜੇਕਰ ਤੁਸੀਂ ਦੁਬਾਰਾ ਦੇਖਣਾ ਚਾਹੋ ਤਾਂ youtube.com/harpreet singh show ਤੇ ਵੀ ਜਾ ਕੇ ਦੇਖ ਸਕਦੇ ਹੋ। ਉਸ ਦੇ ਨਾਲ ਹੀ ਫੇਸਬੁੱਕ ਦੇ ਉੱਤੇ ਵੀ ਸਾਡੇ ਪੇਜ ਨੂੰ ਤੁਸੀਂ ਲਾਈਕ ਕਰ ਸਕਦੇ ਹੋ ਤੇ ਉਹਦੇ ਨਾਲ ਸਾਨੂੰ ਜੁਆਇਨ ਕਰ ਸਕਦੇ ਹੋ, ਜਿਸ ਵਿੱਚ ਕਿ ਰੋਜ਼ਮਰਾ ਜੋ ਪ੍ਰੋਗਰਾਮਸ ਆਉਂਦੇ ਨੇ ਉਸ ਵਿੱਚ ਕੀ ਤੁਸੀਂ ਵੇਖ ਰਹੇ ਹੋ ਉਸ ਦੇ ਬਾਰੇ ਦੱਸਿਆ ਜਾਂਦਾ ਹੈ। facebook.com/harpreet singh show। ਫਿਰ ਮੁਲਾਕਾਤ ਕਰਾਂਗੇ, ਤਦ ਤੱਕ ਗੁੱਡ ਬਾਏ।